ਸਾਡੇ ਨਾਲ ਸ਼ਸ਼ੀ ਲਖਨਪਾਲ ਮਿਸ਼ਰਾ ਜੀ ਹਨ। ਜੇਕਰ ਇਹਨਾਂ ਦੀ ਉਪਲਬਧੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ MA ਇੰਗਲਿਸ਼ ਕੀਤੀ, ਕਾਨੂੰਨ ਦੀ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ। ਆਪਣੀ ਸਰਵਿਸ ਦੇ ਦੌਰਾਨ ਇਹ ਪੜ੍ਹਦੇ ਰਹੇ ਹਨ ਤੇ ਇਹਨਾਂ ਦਾ ਤਜਰਬਾ ਕਿੱਦਾਂ ਰਿਹਾ ਹੈਗਾ ਵਿਧਾਨ ਸਭਾ ਦੀ ਇਹਨਾਂ ਪੌੜੀਆਂ ਤੱਕ, ਜਿੱਥੇ ਜੇਕਰ ਆਪਾਂ ਗੱਲ ਕਰੀਏ ਵੱਡੇ ਵੱਡੇ ਧੁਰੰਦਰ ਸਿਆਸਤਦਾਨ ਪਹੁੰਚਦਿਆਂ ਨੂੰ ਕਾਫੀ ਲੰਬਾ ਸਮਾਂ ਲੱਗ ਜਾਂਦਾ, ਤਾਂ ਇਸ ਅਫਸਰ ਦੀ ਪੋਸਟ ਤੇ ਪਹੁੰਚਣ ਲਈ ਇਹਨਾਂ ਨੂੰ ਕਿੰਨੀ ਮਿਹਨਤ ਕਰਨੀ ਪਈ, ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਉਹ ਸਵਾਲ ਜਵਾਬ ਹੋਣਗੇ। ਮੈਮ ਤੁਹਾਡਾ ETV ਦੇ ਵਿੱਚ ਸਵਾਗਤ ਹੈ। ਪਹਿਲਾ ਸਵਾਲ ਮੇਰਾ ਤੁਹਾਨੂੰ ਇਹੀ ਹੈ ਕਿ ਇਸ ਪੋਸਟ ਤੇ ਪਹੁੰਚਣ ਦੇ ਲਈ ਤੇ ਇਹ ਖਿਤਾਬ ਜਿਹੜਾ ਹੈਗਾ ਫਿਲਹਾਲ ਤੁਹਾਡੇ ਨਾਮ ਹੈਗਾ, ਆਜ਼ਾਦੀ ਤੋਂ ਬਾਅਦ ਪਹਿਲੀ ਮਹਿਲਾ ਸਕੱਤਰ ਵਿਧਾਨ ਸਭਾ ਪੰਜਾਬ, ਤੇ ਕਿਹੜੀਆਂ ਚੁਣੌਤੀਆਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ? ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਇਹ ਮੌਕਾ ਪ੍ਰਦਾਨ ਕੀਤਾ। ਇੰਟਰਨੈਸ਼ਨਲ ਵੂਮਨਸ ਡੇ ਹੈ, ਇਹ ਸਾਡੇ ਸਾਰਿਆਂ ਲਈ ਫਖਰ ਦੀ ਗੱਲ ਹੈ। ਜਿੱਥੋਂ ਤੱਕ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਥੇ ਸੈਕਟਰੀ ਦੀ ਪੋਸਟ ਤੱਕ ਪਹੁੰਚਣ ਦਾ ਸਵਾਲ ਹੈ, ਉਹਦੇ ਲਈ ਮੈਂ ਸਿਰਫ ਇੰਨਾ ਕੁ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਆਫਟਰ ਕੰਪਲੀਸ਼ਨ ਆਫ ਮਾਈ MA ਇੰਗਲਿਸ਼ ਡਿਗਰੀ ਇਨ ਪੰਜਾਬ ਯੂਨੀਵਰਸਿਟੀ, ਉੱਥੇ ਵੀ ਮੈਂ ਐਕਸੈਲ ਹੀ ਕੀਤਾ ਸੀਗਾ ਔਰ ਫਸਟ ਡਿਗਰੀ ਉਹਨਾਂ ਨੇ ਮੈਨੂੰ ਹੀ ਦਿੱਤੀ ਸੀ ਉੱਥੇ। ਸੋ ਉਸ ਤੋਂ ਬਾਅਦ ਇੱਥੇ ਮੈਂ ਦੇਖਿਆ ਐਡ ਆਈ ਸੀ, ਐਡਵਰਟੀਜ਼ਮੈਂਟ ਆਈ ਸੀ ਪੋਸਟ ਦੀ, ਰਿਪੋਰਟਰ ਦੀ। ਸੋ ਮੇਰਾ ਇਸ ਪਾਸੇ ਰੁਝਾਨ ਸੀਗਾ, ਇਸ ਕਰਕੇ ਮੈਂ ਇਹਦੇ ਲਈ ਆਪਣੀ ਤਿਆਰੀ ਪੂਰੀ ਕੀਤੀ। ਬਹੁਤ ਮਿਹਨਤ ਲੱਗਦੀ ਹੈ ਉਸ ਜਗ੍ਹਾ 'ਤੇ ਪਹੁੰਚਣ ਲਈ, ਔਰ ਮੈਂ ਉਸ ਕੰਪੀਟੀਸ਼ਨ ਦੇ ਵਿੱਚ ਵੀ ਐਕਸੈਲ ਕੀਤਾ ਸੀ, ਨੰਬਰ 1 'ਤੇ ਸਿਲੈਕਟ ਹੋਈ ਸੀ। ਇਹ 1982 ਦੀ ਗੱਲ ਹੈ ਜਦੋਂ ਮੈਂ ਇਸ ਆਫਿਸ ਨੂੰ, ਮਹਾਨ ਇੰਸਟੀਟਿਊਸ਼ਨ ਹੈ, ਇਸ ਨੂੰ ਜੁਆਇਨ ਕੀਤਾ ਸੀ ਐਜ਼ ਰਿਪੋਰਟਰ। 1982 ਤੋਂ ਲੈ ਕੇ ਇਹ ਕਹਿ ਸਕਦੀ ਹਾਂ ਮੈਂ ਕਿ ਮੇਰਾ ਸਾਰਾ ਤਜਰਬਾ 39 ਸਾਲ ਦਾ ਜਾਂ 40 ਸਾਲ ਹੋਣ ਵਾਲੇ ਆ, ਸਾਰਾ ਤਜਰਬਾ ਹਾਊਸ ਦੇ ਅੰਦਰ ਦਾ ਹੀ ਹੈ। ਬਿਕੋਜ਼ ਐਜ਼ ਰਿਪੋਰਟਰ ਵੀ ਮੈਂ ਹਾਊਸ ਦੇ ਵਿੱਚ ਹੀ ਕੰਮ ਕਰਨਾ ਸੀ, ਉੱਥੇ ਹੀ ਕੀਤਾ। ਕਮੇਟੀਜ਼ ਵਿਧਾਨ ਸਭਾ ਦੀਆਂ ਦੇ ਵਿੱਚ ਵੀ ਕੰਮ ਕੀਤਾ, ਉੱਥੇ ਵੀ ਸਾਰਾ ਸਹੀ ਕੰਮ ਕੀਤਾ। ਸਾਡੇ ਸਾਰੇ ਜਿਹੜੇ ਉਸ ਟਾਈਮ ਦੇ ਸੀਨੀਅਰ ਆਫਿਸਰਸ ਔਰ ਸਾਡੇ ਕੰਪੀਟੈਂਟ ਅਥਾਰਟੀਜ਼ ਸੀਗੀਆਂ, ਉਹਨਾਂ ਦੇ ਵੀ ਨੋਟਿਸ 'ਚ ਇਹ ਗੱਲ ਆਈ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਅਲੱਗ ਤੋਂ ਜੌਬ ਸੌਂਪੀ ਜਾਂ ਇੱਕ ਅਸਾਈਨਮੈਂਟ ਦਿੱਤੀ ਉਦੋਂ ਦੇ ਸੈਕਟਰੀ ਸਾਹਿਬ ਨੇ। ਉਹਨਾਂ ਨੇ ਕਿਹਾ ਕਿ ਅਸੀਂ ਫੀਲ ਕਰਦੇ ਹਾਂ ਕਿ ਜਦੋਂ ਵੀ ਅਸੀਂ ਆਪਣੇ ਮੈਂਬਰ ਸਾਹਿਬਾਨ ਦੇ ਬਾਰੇ, ਕੋਈ ਵੀ ਸਾਡੇ ਸਾਬਕਾ ਮੈਂਬਰ ਹੋਇਆ ਉਹਨਾਂ ਦੇ ਬਾਰੇ ਅਸੀਂ ਕੋਈ ਵੀ ਨੌਲੇਜ ਲੈਣੀ ਹੁੰਦੀ ਹੈ, ਸਾਨੂੰ ਕੋਈ 1947 ਤੋਂ ਲੈ ਕੇ ਅੱਜ ਤੱਕ ਮਤਲਬ ਕਿੰਨੀਆਂ 10-12 ਬੁੱਕਸ ਨੂੰ ਕੰਸਲਟ ਕਰਨਾ ਪੈਂਦਾ, ਹੂਜ਼ ਹੂ ਆਫ ਮੈਂਬਰਸ ਦੇਖਣ ਦੇ ਲਈ। ਜਾਂ ਤੁਸੀਂ ਸ਼ਸ਼ੀ ਮੈਡਮ ਇੱਕ ਇਸ ਤਰ੍ਹਾਂ ਕਰੋ ਕਿ ਜੇ ਤੁਸੀਂ ਇੱਕ ਅੱਛੀ ਜੀ ਇਸ ਤਰ੍ਹਾਂ ਨੂੰ ਇਹਨੂੰ ਕੰਪਾਈਲ ਕਰਕੇ ਬਣਾ ਦਿਓ ਤਾਂ ਇਟ ਵਿਲ ਬੀ ਅ ਵੈਰੀ ਫਰੂਟਫੁਲ ਪਬਲੀਕੇਸ਼ਨ। ਸੋ ਮੈਨੂੰ ਇਹ ਲੱਗਦਾ ਕਿ ਇਹ ਵਾਲੀ ਪਬਲੀਕੇਸ਼ਨ ਵੀ ਸਾਡੀ ਪੰਜਾਬ ਵਿਧਾਨ ਸਭਾ ਨੇ ਇਨੀਸ਼ੀਏਟਿਵ ਲਿਆ ਸੀਗਾ, ਔਰ ਉਹਦੇ ਵਿੱਚ ਮੈਂ ਮੇਜਰ ਮਤਲਬ ਮੇਰੇ ਦੁਆਰਾ ਹੀ ਬਣਾਈ ਗਈ ਹੈ। ਅਤੇ ਅੱਜ ਮੈਂ ਇਸ ਗੱਲ ਦੇ ਲਈ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿ ਇਹ ਜਿਹੜੀ ਪਬਲੀਕੇਸ਼ਨ ਹੈ ਸਾਰੇ ਇੰਡੀਆ ਦੇ ਵਿੱਚ ਗਈ, ਔਰ ਉਹਨਾਂ ਨੇ ਸਾਡੇ ਤੋਂ ਪੁੱਛਿਆ ਇਹਦੇ ਬਾਰੇ ਵੀ। ਵਾਓ, ਇਟਸ ਅ ਵੈਰੀ ਵੈਰੀ ਵੰਡਰਫੁਲ ਥਿੰਗ। ਇੱਕੋ ਹੀ ਕੰਪੈਂਡੀਅਮ ਦੇ ਵਿੱਚ ਸਾਰੀਆਂ ਅੱਜ ਤੱਕ 1947 ਤੋਂ ਲਿਜਾ ਇਸ ਤੋਂ ਪਹਿਲਾਂ ਦਾ ਵੀ ਇਹ ਇੱਕ ਕੰਪੈਂਡੀਅਮ ਬਣਿਆ 1937 ਤੋਂ ਲੈ ਕੇ 2017 ਔਰ 20 ਦੇ ਵਿੱਚ ਛਪਿਆ, ਔਰ ਇਹ ਛਪਦਾ ਆ ਰਿਹਾ ਉਸ ਸਾਲ ਤੋਂ ਲੈ ਕੇ। ਠੀਕ ਹੈ, ਇਸ ਦੇ ਵਿੱਚ ਤੁਸੀਂ ਇੱਕ ਮੈਂਬਰ ਸਾਹਿਬਾਨ ਦਾ ਵੀ ਨਾਮ ਲਓਗੇ, ਉਸ ਐਲਫਾਬੈਟਿਕਲੀ ਉਸ 'ਤੇ ਜਾਓਗੇ, ਉਹਨਾਂ ਦੇ ਕਿੰਨੀ ਵਾਰ ਜਿੱਤੇ, ਕਿੱਥੋਂ ਜਿੱਤੇ, ਕੀ ਬਣੇ ਕੀ ਨਹੀਂ, ਸਾਰਾ ਉਸ ਮੈਂਬਰ ਦੇ ਅੱਗੇ ਉਹਦਾ ਡੇਟਾ ਆ ਜਾਏਗਾ। ਸੋ ਇਹ ਇੱਕ ਐਸੀ ਪਬਲੀਕੇਸ਼ਨ ਹੈ ਜਿਹੜੀ ਯੂਨੀਕ ਹੈ। ਇਹ ਵੀ ਸਾਡੀ ਵਿਧਾਨ ਸਭਾ ਪੰਜਾਬ ਦਾ ਇਨੀਸ਼ੀਏਟਿਵ ਹੈ, ਨੰਬਰ 1 ਇਨ ਇੰਡੀਆ। ਸਾਰਿਆਂ ਨੇ ਆਈ ਥਿੰਕ ਉਹਨਾਂ ਨੇ ਬਣਾਇਆ ਹੈ ਜਾਂ ਨਹੀਂ ਬਣਾਇਆ, ਲੇਕਿਨ ਉਹਨਾਂ ਨੇ ਗਾਈਡੈਂਸ ਸਾਡੇ ਤੋਂ ਇਸ ਬਾਰੇ ਪੂਰੀ ਲਈ ਸੀ। ਸੋ ਇੱਕ ਤਾਂ ਇਹ ਕੰਮ ਕੀਤਾ ਗਿਆ। ਉਸ ਤੋਂ ਬਾਅਦ ਹਾਊਸ ਦੇ ਅੰਦਰ ਜੋ ਵੀ ਸਾਡੇ ਕੰਮਕਾਰ ਸੀਗੇ ਉਹ ਸੁਚਾਰੂ ਰੂਪ 'ਚ ਅਸੀਂ ਕਰਦੀ ਜਾ ਰਹੀ ਸੀ। ਦੈਨ ਅਕੋਰਡਿੰਗ ਟੂ ਸਿਸਟਮ ਆਫ ਦਾ ਸੈਕਟਰੀਏਟ, ਉਸ ਤੋਂ ਬਾਅਦ ਚੀਫ ਰਿਪੋਰਟਰ, ਦੈਨ ਜੋ ਵੀ ਸਾਡੀਆਂ ਪ੍ਰਮੋਸ਼ਨਸ ਵਗੈਰਾ ਹੋਈਆਂ, ਮੇਰਾ ਇੱਕੋ ਫੰਡਾ ਰਿਹਾ ਕਿ ਮੈਂ ਆਪਣੀ ਹਰੇਕ ਸੀਟ 'ਤੇ ਬਹੁਤ ਬਹੁਤ ਇਮਾਨਦਾਰੀ ਔਰ ਡੈਡੀਕੇਸ਼ਨ ਦੇ ਨਾਲ ਵਰਕ ਕਰਦੀ ਰਹੀ, ਮਿਹਨਤ ਨਾਲ। ਤੇ ਮੈਮ ਮੈਨੇਜਮੈਂਟ ਕਿਵੇਂ ਕਰਦੇ ਸੀ ਤੁਸੀਂ ਇੱਥੇ ਕੰਮ ਵੀ ਕਰਨਾ, ਘਰੇ ਜਾ ਕੇ ਬੱਚਿਆਂ ਨੂੰ ਵੀ ਦੇਖਣਾ, ਹੋਰ ਘਰ ਦੇ ਕੰਮਕਾਜ, ਪੂਰੀ ਮੈਨੇਜਮੈਂਟ ਕਿਸ ਤਰੀਕੇ ਨਾਲ ਕਰਦੇ ਸੀ? ਆਈ ਨੋ ਦੈਟ ਪੀਰੀਅਡ ਵਾਜ਼ ਵੈਰੀ ਵੈਰੀ ਕ੍ਰੂਸ਼ਲ ਫॉर ਐਵਰੀ ਵੂਮਨ। ਉਹਨਾਂ ਨੇ ਆਪਣੇ ਆਫਿਸ ਦੇ ਕੰਮ ਨੂੰ ਵੀ ਅਗਰ ਮਿਹਨਤ ਦੇ ਨਾਲ ਔਰ ਬਿਲਕੁਲ ਮੈਰੀਟੋਰੀਅਸ ਕਰਨਾ, ਔਰ ਨਾਲ ਆਪਣੇ ਬੱਚਿਆਂ ਨੂੰ ਵੀ ਦੇਖਣਾ, ਆਪਣੇ ਘਰ-ਬਾਰ ਨੂੰ ਵੀ ਦੇਖਣਾ।
ਉਸ ਪੀਰੀਅਡ ਨੂੰ ਵੀ ਮੈਂ ਬਹੁਤ ਬਹੁਤ ਮਿਹਨਤ ਨਾਲ ਨਿਕਾਲਿਆ ਹੋਇਆ। ਔਰ ਆਈ ਕੈਨ ਸੇ ਕਿ ਸਾਰੇ ਬੱਚੇ ਅੱਜ ਦੀ ਡੇਟ 'ਚ ਜਾਂ ਜੋ ਵੀ ਹੈ ਹਾਂਜੀ ਉਹ ਸਾਰੇ ਦੇ ਸਾਰੇ ਐਕਸਲ ਕਰ ਚੁੱਕੇ ਆ ਆਪਣੇ ਆਪਣੇ ਫੀਲਡ ਦੇ ਵਿੱਚ। ਮੈਂ ਉਹਨਾਂ ਨੂੰ ਘਰ ਜਾ ਕੇ ਪੜ੍ਹਾਉਣਾ ਵੀ, ਉਹਨਾਂ ਨੂੰ ਗਾਈਡ ਵੀ ਕਰਨਾ, ਲੇਕਿਨ ਉਹਨਾਂ 'ਤੇ ਕਦੇ ਫੋਰਸਫੁਲੀ ਮੈਂ ਇਹ ਨਹੀਂ ਕਿਹਾ ਕਿ ਤੁਸੀਂ ਕੀ ਬਣਨਾ ਜਾਂ ਕੀ ਨਹੀਂ ਬਣਨਾ। ਮੈਂ ਆਪਣੀ ਤਰੀਕੇ ਨਾਲ ਉਹਨਾਂ ਨੂੰ ਇਸ ਤਰ੍ਹਾਂ ਦਾ ਕੁਝ ਨਹੀਂ ਕਿਹਾ। ਉਹਨਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਹਰੇਕ ਬੱਚੇ ਨੇ ਐਕਸਲ ਕੀਤਾ। ਉਹਦਾ ਮੇਰੇ ਹਿਸਾਬ ਨਾਲ ਬੇਸਿਕ ਇਹੀ ਹੈ ਕਿ ਜੇ ਖੁਦ ਮਦਰ ਐਜੂਕੇਟਿਡ ਹੈ ਜਾਂ ਉਹ ਵੈਲ ਕੁਆਲੀਫਾਈਡ, ਦਿਸ ਇਜ਼ ਅ ਮੇਜਰ ਪੁਆਇੰਟ ਇਨ ਮਾਈ ਲਾਈਫ, ਤਾਂ ਉਹ ਆਪਣੇ ਬੱਚਿਆਂ ਨੂੰ ਅੱਗੇ ਲਿਜਾ ਸਕੇਗੀ ਔਰ ਲਿਜਾ ਸਕਦੀ ਵੀ ਹੈ। ਅਤੇ ਇਹ ਬਹੁਤ ਬਹੁਤ ਜ਼ਰੂਰੀ ਚੀਜ਼ ਹੈ ਜਿੰਨੀ ਕੁ ਮੈਂ ਫੀਲ ਕਰਦੀ ਹਾਂ। ਜੀ ਤੁਹਾਨੂੰ ਲੱਗਦਾ ਕਿ ਜਿਹੜੇ ਸਮਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਟਾਈਮ ਦੀ ਜਦੋਂ ਨਾ ਇੰਟਰਨੈਟ ਨਾ ਕੁਛ, ਜ਼ਿਆਦਾਤਰ ਲੈਂਡਲਾਈਨ ਫੋਨ ਹੁੰਦੇ ਸੀਗੇ, ਅਤੇ ਅੱਜ ਦੀ ਜੇਕਰ ਮੈਂ ਗੱਲ ਕਰਾਂ ਸਮਾਜ ਦੇ ਵਿੱਚ ਔਰਤਾਂ ਪ੍ਰਤੀ 21ਵੀਂ ਸਦੀ ਦੇ ਵਿੱਚ ਅਸੀਂ ਹੈਗੇ ਹਾਂ, ਤੁਹਾਨੂੰ ਲੱਗਦਾ ਹੈ ਕਿ ਥੋੜ੍ਹੀ ਬਹੁਤੀ ਸੋਚ ਬਦਲੀ ਹੈਗੀ ਹੈ ਸਮਾਜ ਦੀ, ਜਾਂ ਜੋ ਉਹ ਨਜ਼ਰੀਆ ਸੀਗਾ ਉਹ ਚੀਜ਼ਾਂ ਦੇ ਵਿੱਚ ਚੇਂਜਸ ਆਏ ਹੈਗੇ? ਜੀ ਹਾਂ, ਮੈਨੂੰ ਹੁਣ ਦੇ ਟਾਈਮ ਦੇ ਮੁਤਾਬਿਕ ਲੱਗਦਾ ਕਿ ਜਿਹੜਾ ਪਹਿਲਾਂ ਮਹਿਲਾਵਾਂ ਦੇ ਪ੍ਰਤੀ ਸਮਾਜ ਦਾ ਵਤੀਰਾ ਸੀਗਾ, ਜਿਹੜੇ ਜ਼ਮਾਨੇ 'ਚ ਮੈਂ ਜੌਬ ਜੁਆਇਨ ਕੀਤੀ ਹੈ 1982 ਜਾਂ 1978 ਤੋਂ ਹੀ ਇੱਕ ਤਰ੍ਹਾਂ ਮੇਰੀ ਜੌਬਸ ਚੱਲ ਰਹੀਆਂ ਸੀਗੀਆਂ, ਉਸ ਟਾਈਮ ਤੋਂ ਲੈ ਕੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਫ਼ਰਕ ਆ ਗਿਆ। ਉਸ ਟਾਈਮ ਸ਼ਾਇਦ ਮੇਰੀ ਕਿਸੇ ਫੈਮਿਲੀ ਦੇ ਰਿਲੇਟਿਵਸ ਨੇ ਵੀ ਇੱਥੋਂ ਤੱਕ ਕਹਿਤਾ ਸੀ ਕਿ ਤੁਸੀਂ ਨੌਕਰੀ ਕਰਨ ਵਾਲੀ ਬਹੂ ਨੂੰ ਲੈ ਕੇ ਆ ਰਹੇ ਹੋ। ਆਈ ਨੋ ਉਸ ਟਾਈਮ ਮੈਂ ਕਿਹਾ ਜੀ ਮੇਰੇ ਹਸਬੈਂਡ ਨੇ ਉਦੋਂ ਕਿਹਾ ਸੀਗਾ ਕਿ ਇਫ ਸ਼ੀ ਇਜ਼ ਡੂਇੰਗ ਜੌਬ ਤਾਂ ਉਹਦੇ 'ਚ ਪ੍ਰੋਬਲਮ ਕੀ ਆਪਾਂ ਨੂੰ, ਜਿਸ ਤਰ੍ਹਾਂ ਮੈਂ ਕਰ ਰਿਹਾ ਉਸ ਤਰ੍ਹਾਂ ਹੀ ਉਹ ਕਰ ਲੇਗੀ। ਉਸ ਟਾਈਮ ਦਾ ਲੈ ਕੇ ਅੱਜ ਤੱਕ, ਅੱਜ ਦੀ ਡੇਟ 'ਚ ਇਹ ਫ਼ਰਕ ਜ਼ਰੂਰ ਆਇਆ ਕਿ ਅੱਜ ਅਸੀਂ ਫਖਰ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਜਿਹੜੀ ਡਾਟਰ ਇਨ ਲਾ ਘਰ 'ਚ ਆਈ ਹੈ, ਸ਼ੀ ਇਜ਼ ਡੂਇੰਗ ਜੌਬ ਐਂਡ ਸ਼ੀ ਹੈਜ਼ ਐਕਸੈਲਡ ਇਨ ਐਵਰੀ ਫੀਲਡ, ਔਰ ਉਹਦੀ ਈਵਨ ਰਿਸਪੈਕਟ ਰਿਗਾਰਡ ਹੈ ਇਸ ਗੱਲ ਦੇ ਵਿੱਚ। ਇਸੇ ਤਰ੍ਹਾਂ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਆਪਣੀਆਂ ਬੱਚੀਆਂ ਨੂੰ ਅੱਗੋਂ ਤੋਂ ਇਹ ਨਹੀਂ ਕਿ ਤੁਹਾਡੇ ਘਰ ਦੇ ਵਿੱਚ ਕੋਈ ਨੌਕਰੀ ਕਰਨ ਵਾਲੀ ਆ ਰਹੀ ਹੈ ਬਹੂ ਜਾਂ ਦਿਸ ਦਾ, ਨਹੀਂ, ਉਹਨਾਂ ਨੂੰ ਵੈਲ ਕੁਆਲੀਫਾਈਡ ਬਣਾਓ ਔਰ ਉਹਨਾਂ ਨੂੰ ਅੱਗੋਂ ਦੀ ਐਨਕਰੇਜ ਕਰੋ ਕਿ ਉਹ ਆਪਣੀ ਕਿਸੇ ਵੀ ਫੀਲਡ ਦੇ ਵਿੱਚ ਇੱਕ ਗੱਲ ਜ਼ਰੂਰ ਯਾਦ ਰੱਖਣ ਕਿ ਮੈਰਿਟ 'ਤੇ ਜਾਣ, ਇੰਨਾ ਕੁ ਜ਼ਿਆਦਾ ਮੈਰੀਟੋਰੀਅਸ ਬਣਨ ਕਿ ਉਹ ਮੈਰਿਟ 'ਤੇ ਜਾਣ। ਮੈਂ ਵਿਧਾਨ ਸਭਾ 'ਚ ਜਦੋਂ ਜੌਬ ਜੁਆਇਨ ਕੀਤੀ ਹੈ ਉਦੋਂ ਐਡਵਰਟਾਈਜ਼ਮੈਂਟ ਦੇ ਥਰੂ ਕੰਪੀਟੀਟਿਵ ਜੌਬ ਸੀਗੀ, ਉਹਦੇ ਵਿੱਚ ਵੀ ਮੈਂ ਨੰਬਰ 1 'ਤੇ ਸੀ। ਉਸਨੂੰ ਐਕਸੈਲ ਹੀ ਕਰਕੇ ਆਏ ਸੀ। ਇੱਥੇ ਅਸੀਂ ਸਾਡੇ ਇੱਥੇ ਇਹ ਅੱਜ ਤੱਕ ਇਹ ਵਾਲੀ ਰਿਪੋਰਟਰ ਦੀ ਜੌਬ ਜਿਹੜੀ ਉਹ ਮੈਰੀਟੋਰੀਅਸ ਹੀ ਹੈ, ਮੈਰਿਟ ਦੇ ਆਧਾਰ 'ਤੇ ਐਂਟਰੀ ਹੁੰਦੀ ਹੈ ਵਿਧਾਨ ਸਭਾ 'ਚ। ਸੋ ਐਨੀ ਗਰਲ ਔਰ ਈਵਨ ਐਨੀਬਡੀ, ਐਨੀ ਬॉय ਆਲਸੋ, ਐਨੀ ਗਰਲ ਕੈਨ ਕਮ ਐਂਡ ਜੁਆਇਨ ਦਾ ਜੌਬ ਬਟ ਬੇਸਡ ਅਪੋਨ ਹਰ ਮੈਰਿਟ। ਸੋ ਇਹ ਉਹਨਾਂ ਦੇ ਲਈ ਇੱਕ ਖੁੱਲ੍ਹਾ ਫੀਲਡ ਸੀਗਾ। ਉਸ ਟਾਈਮ ਮੈਂ ਇਸ ਨੂੰ ਜੁਆਇਨ ਕਰ ਲਿਆ ਔਰ ਇਹ ਵੀ ਇੱਕ ਅਜੀਬ ਜਿਹੀ ਗੱਲ ਹੈ ਕਿ ਉਸ ਟਾਈਮ ਵੀ ਮੈਂ ਫਸਟ ਰਿਪੋਰਟਰ ਸੀ ਜਿਹਨੇ ਜੁਆਇਨ ਕੀਤਾ ਸੀਗਾ 1982 ਦੇ ਵਿੱਚ। ਉਦੋਂ ਤੱਕ ਇਹ ਸਾਰਾ ਰਿਪੋਰਟਰਸ਼ਿਪ ਦਾ ਕੰਮ, ਹਾਊਸ ਦਾ ਕੰਮ ਸਾਰੇ ਮੇਲ ਕੁਲੀਗਸ ਹੀ ਕਰ ਰਹੇ ਸੀਗੇ। ਤਾਂ ਜਦੋਂ ਉਦੋਂ ਸਾਡੀ ਇੰਟਰਵਿਊ ਹੋਈ ਤਾਂ ਸੈਕਟਰੀ ਸਾਹਿਬ ਨੇ ਮੈਨੂੰ ਕਿਹਾ, ਸਰਦਾਰ ਪ੍ਰਤਾਪ ਸਿੰਘ ਨੇ, ਕਿ ਤੁਸੀਂ ਇਹ ਕੰਮ ਕਰ ਲਓਗੇ? ਮੈਂ ਕਿਹਾ ਵਾਈ ਨੋਟ ਸਰ, ਮੈਂ ਹਾਊਸ ਦੇ ਅੰਦਰ ਜਾ ਕੇ ਕੰਮ ਕਿਉਂ ਨਹੀਂ ਕਰ ਸਕਦੀ, ਆਈ ਵਿਲ ਡੂ। ਸੋ ਉਹਨਾਂ ਨੇ ਫਿਰ ਮੈਨੂੰ ਉਸ ਗੱਲ ਦੇ ਲਈ ਅਪੁਆਇੰਟ ਕੀਤਾ ਜੀ। ਤੋ ਉਹ ਵੀ ਟਾਈਮ ਸੀਗਾ, ਲੇਕਿਨ ਅੱਜ ਦਾ ਟਾਈਮ ਅਸੀਂ ਬੜੀ ਖੁਸ਼ੀ ਦੇਖਦੇ ਹਾਂ ਕਿ ਸਾਡੇ ਕੋਲ ਆਈ ਥਿੰਕ 7-8 ਰਿਪੋਰਟਰਸ ਆ ਗਈਆਂ ਗਰਲਸ, ਐਂਡ ਦੇ ਆਰ ਵੈਲਕਮ, ਦੇ ਆਰ ਡੂਇੰਗ ਦੇਅਰ ਜੌਬ ਇਨ ਦਾ ਹਾਊਸ। ਸੋ ਫਰਕ ਤਾਂ ਪਿਆ ਜੀ ਸਮੇਂ ਦੇ ਵਿੱਚ, ਉਹਨਾਂ ਨੂੰ ਇੱਜ਼ਤ ਮਾਨ ਨਾਲ ਦੇਖਿਆ ਜਾਂਦਾ ਹੈ। ਇਨੀਸ਼ੀਏਟਿਵ ਦੀ ਜੇਕਰ ਮੈਂ ਗੱਲ ਕਰਾਂ, ਹੁਣੀ ਰੀਸੈਂਟਲੀ ਪੇਪਰਲੈਸ ਵਰਕਿੰਗ ਹੋਵੇ ਜਾਂ ਹੋਰ ਕਿਹੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੇ ਇਨੀਸ਼ੀਏਟਿਵ ਵਿਧਾਨ ਸਭਾ ਦੇ ਵਿੱਚ ਲਏ ਗਏ ਅਤੇ ਕਿੰਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਆਪਣੇ ਇੰਡੀਆ ਲੈਵਲ 'ਤੇ? ਜੀ, ਸਾਡੇ ਸਪੀਕਰ ਸਾਹਿਬ ਆਏ ਆ, ਉਹਨਾਂ ਨੇ ਆਪਣਾ ਵਿਚਾਰ ਪ੍ਰਗਟ ਕੀਤਾ ਕਿ ਇੱਕ ਦੇਖਣਾ ਮੈਡਮ ਸੈਕਟਰੀ ਸਾਹਿਬ ਵੀ ਆਪਣੇ ਜਿਹੜੇ ਰੂਲਸ ਔਰ ਐਕਟਸ ਰਿਗਾਰਡਿੰਗ ਮੈਂਬਰਸ ਹੈ, ਕੰਸਰਨਿੰਗ ਮੈਂਬਰਸ, ਰਾਈਟ। ਸੋ ਉਹਨਾਂ ਨੂੰ ਅਸੀਂ ਕਦੀ ਇੱਕ ਐਕਟ ਦੇਖਦੇ ਹਾਂ ਇੱਕ ਬ੍ਰਾਂਚ 'ਚ ਪਿਆ, ਦੂਸਰਾ ਐਕਟ ਦੇਖਦੇ ਹਾਂ ਦੂਸਰੀ ਬ੍ਰਾਂਚ 'ਚ ਪਿਆ, ਜਾਂ ਰੂਲਸ ਜਿਹੜੇ ਹੈ ਕੰਸਰਨਿੰਗ ਮੈਂਬਰਸ, ਉਹਨਾਂ ਦੇ ਬਾਰੇ ਕੋਈ ਪੂਰੀ ਨੌਲੇਜ ਇੱਕ ਜਗ੍ਹਾ 'ਤੇ ਕਿਉਂ ਨਹੀਂ ਇਕੱਤਰ ਹੋ ਸਕਦੀ? ਇਹ ਉਹਨਾਂ ਦਾ ਬੇਸਿਕਲੀ ਉਹਨਾਂ ਦਾ ਆਈਡੀਆ ਸੀਗਾ।
ਸੋ ਅਸੀਂ ਇਸ ਇਨੀਸ਼ੀਏਟਿਵ ਨੂੰ ਵੀ ਵਰਕਆਊਟ ਕਰਦੇ ਕਰਦੇ ਉਸ ਤੋਂ ਬਾਅਦ ਅਸੀਂ ਇਹ ਬੁੱਕ ਮੈਨੂਅਲ ਆਫ ਐਕਟਸ ਐਂਡ ਰੂਲਸ ਕੰਸਰਨਿੰਗ ਮੈਂਬਰਸ, ਇਸ ਨੂੰ ਸਾਰੇ ਐਕਟਸ ਐਂਡ ਰੂਲਸ ਇਹਦੇ ਵਿੱਚ ਰਿਗਾਰਡਿੰਗ ਐਵਰੀਥਿੰਗ ਕੰਸਰਨਿੰਗ ਮੈਂਬਰਸ ਇਹਦੇ 'ਚ ਕੰਪਾਈਲ ਹੋ ਚੁੱਕੀ ਹੈ। ਔਰ ਇਹ ਬੁੱਕ ਵੀ ਆਈ ਥਿੰਕ ਕਾਫੀ ਯੂਜ਼ਫੁਲ ਹੈ। ਅਗਰ ਐਕੈਡੈਮਿਕਲੀ ਦੇਖੋ ਇਹ ਡਿਜੀਟਲ ਵੀ ਅਵੇਲੇਬਲ ਹੈ, ਇਹ ਡਿਜੀਟਲੀ ਵੀ ਅਵੇਲੇਬਲ ਹੈ। ਔਰ ਇਹ ਇਨੀਸ਼ੀਏਟਿਵ ਪਹਿਲਾਂ ਕੰਪੈਂਡੀਅਮ ਸੀ, ਫਿਰ ਇਹ ਵੀ ਇੱਕ ਤਰ੍ਹਾਂ ਕੰਪੈਂਡੀਅਮ ਹੀ ਬਣ ਗਿਆ। ਹੁਣ ਇੱਕ ਸਪੀਕਰ ਸਾਹਿਬ ਦੇ ਆਰਡਰਾਂ ਨਾਲ ਤੀਸਰਾ ਕੰਪੈਂਡੀਅਮ ਬਣ ਰਿਹਾ ਫਰੋਮ 1937 ਔਰ 47 ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਸਾਡੇ ਆਨਰੇਬਲ ਸਪੀਕਰ ਸਾਹਿਬਾਨ ਨੇ ਰੂਲਿੰਗਸ ਆਬਜ਼ਰਵੇਸ਼ਨਸ ਅੰਦਰ ਹਾਊਸ ਦੇ ਦਿੱਤੀਆਂ ਜੀ, ਰੂਲਿੰਗਸ ਜੋ ਉਹਨਾਂ ਨੇ ਅੰਦਰ ਰੂਲਿੰਗਸ ਦਿੱਤੀਆਂ ਜਾਂ ਆਬਜ਼ਰਵੇਸ਼ਨਸ ਦਿੱਤੀਆਂ, ਉਹਨਾਂ ਸਾਰਿਆਂ ਨੂੰ ਕੰਪਾਈਲ ਕਰਕੇ ਇੱਕ ਕੰਪੈਂਡੀਅਮ ਦੀ ਸ਼ੇਪ ਦਿੱਤੀ ਜਾ ਚੁੱਕੀ ਹੈ। ਔਰ ਉਹ ਆਈ ਥਿੰਕ ਆਫਟਰ ਸੈਸ਼ਨ ਸਪੀਕਰ ਸਾਹਿਬ ਦੇ ਹੁਕਮ ਲੈ ਕੇ ਅਸੀਂ ਉਹਨਾਂ ਨੂੰ ਪ੍ਰਿੰਟ ਕਰਨ ਜਾ ਰਹੇ ਹਾਂ। ਇਹ ਚੌਥਾ ਇਨੀਸ਼ੀਏਟਿਵ ਇਹ ਲਿਆ ਗਿਆ ਸੀਗਾ ਕਿ ਵਿਧਾਨ ਸਭਾ ਦੀਆਂ ਡਿਬੇਟਸ ਜਿਹੜੀਆਂ ਸੀਗੀਆਂ ਉਹ ਖਾਲੀ ਸਾਡੇ ਲਾਇਬ੍ਰੇਰੀ ਜਾਂ ਉਸ ਟਾਈਮ ਮੈਂਬਰਸ ਨੂੰ ਵੰਡੀਆਂ ਜਾ ਚੁੱਕੀਆਂ ਸੀ। ਇਹ ਵੀ ਇੱਕ ਇਨੀਸ਼ੀਏਟਿਵ ਲਿਆ ਗਿਆ ਇਸ ਵਿਧਾਨ ਸਭਾ ਦੇ ਵਿੱਚ ਕਿ ਸਾਰੀਆਂ ਰਾਈਟ ਫਰੋਮ 1937 ਟੂ ਡੇਟ ਸਾਰਿਆਂ ਨੂੰ ਡਿਜੀਟਾਈਜ਼ ਤਰੀਕੇ ਦੇ ਨਾਲ ਵਿਧਾਨ ਸਭਾ ਦੀ ਜਿਹੜੀ ਵੈਬਸਾਈਟ ਆ ਉਹਨਾਂ ਤੇ ਅਪਲੋਡ ਕੀਤਾ ਜਾ ਚੁੱਕਾ। ਚਾਹੇ ਤੁਸੀਂ ਕਿੰਨੇ ਸਾਲ ਮਰਜ਼ੀ ਪਿੱਛੇ ਚਲੇ ਜਾਓ, ਤੁਹਾਨੂੰ ਡਿਬੇਟ ਅਵੇਲੇਬਲ ਮਿਲੇਗੀ। ਇਹਦੇ ਨਾਲ ਪਬਲਿਕ ਵੀ ਆਪਣਾ ਦੇਖ ਸਕਦੀ ਹੈ ਜੀ, ਜੋ ਉਹਨਾਂ ਨੇ ਦੇਖਣਾ ਹੈ ਵੀ ਸਾਡੇ ਮੈਂਬਰ ਸਾਹਿਬਾਨ ਨੇ ਫਲਾਣੇ ਟਾਈਮ ਕੀ ਡਿਬੇਟ ਕੀਤਾ ਜਾਂ ਸਾਡੇ ਕਿਸੇ ਲੀਡਰ ਸਾਹਿਬਾਨ ਨੇ ਕੀ ਡਿਬੇਟ ਕੀਤਾ, ਉਹ ਸਾਰਾ ਅਵੇਲੇਬਲ ਆ ਉੱਥੇ ਇਸ ਟਾਈਮ। ਜੇਕਰ ਮੈਮ ਮੈਂ ਅੰਕੜਿਆਂ ਦੀ ਗੱਲ ਕਰਾਂ ਜਾਂ ਇੱਕ ਸਵਾਲ ਇਹ ਵੀ ਹੈਗਾ ਕਿ ਹੈਰੈਸਮੈਂਟ ਇਹ ਇੰਡੀਆ ਲੈਵਲ 'ਤੇ ਜਾਂ ਇੰਟਰਨੈਸ਼ਨਲ ਲੈਵਲ ਦੀ ਆਪਾਂ ਗੱਲ ਕਰ ਲਈਏ, ਪੂਰੇ ਦੁਨੀਆ ਭਰ ਦੇ ਵਿੱਚ ਅਜਿਹੀਆਂ ਚੀਜ਼ਾਂ ਹੁੰਦੀਆਂ ਹੈਗੀਆਂ। ਅਤੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਨਵਾਂ ਤਕਨੋਲੋਜੀ ਯੁੱਗ ਆ ਰਿਹਾ ਇਹ ਚੀਜ਼ਾਂ ਕਾਰਨ ਹੈਗੇ ਨੇ, ਜਾਂ ਕੀ ਕਾਰਨ ਕੀ ਮੰਨਦੇ ਹੈਗੇ ਤੁਸੀਂ ਜੋ ਇਹੋ ਜਿਹੇ ਕੇਸ ਬਣ ਰਹੇ ਹੈਗੇ ਨੇ ਜਾਂ ਚੀਜ਼ਾਂ ਹੋ ਰਹੀਆਂ ਸਾਡੇ ਸਮਾਜ ਦੇ ਵਿੱਚ? ਹੈਰੈਸਮੈਂਟ ਦੇ ਬਾਰੇ ਜੋ ਲੜਕੀਆਂ ਦੀ ਗੱਲ ਕਰ ਰਹੇ ਜੀ, ਦੇਖੋ ਜਿੱਥੋਂ ਤੱਕ ਤਾਂ ਮੈਂ ਸੋਚਦੀ ਹਾਂ ਆਫਿਸਿਸ ਦੀ ਗੱਲ ਹੈ, ਮੈਂ ਵੀ ਇੱਥੇ ਵਰਕ ਕੀਤਾ, ਪੰਜਾਬ ਯੂਨੀਵਰਸਿਟੀ 'ਚ ਸਟੱਡੀ ਵੀ ਕੀਤੀ ਹੈ। ਉਸ ਜ਼ਮਾਨੇ ਦੇ ਵਿੱਚ ਵੀ ਅਸੀਂ ਤਾਂ ਇਹੀ ਦੇਖਿਆ ਕਿ ਕੋਈ ਇਸ ਤਰ੍ਹਾਂ ਦੀ ਸਾਡੇ ਨਾਲ ਤਾਂ ਕੋਈ ਇਸ ਤਰ੍ਹਾਂ ਦਾ ਵਾਕਿਆ ਖੈਰ ਨਹੀਂ ਹੋਇਆ। ਲੇਕਿਨ ਮੈਨੂੰ ਇਹ ਸਾਰਾ ਕੁਝ ਦੇਖਦੇ ਹੋਏ ਦਿਸ ਇਜ਼ ਲਿਟਲ ਬਿਟ ਅਨਫੋਰਚੂਨੇਟ ਕਿ ਇਸ ਤਰ੍ਹਾਂ ਹੁੰਦਾ ਸਮਾਜ ਦੇ ਵਿੱਚ। ਲੇਕਿਨ ਅਗਰ ਅਸੀਂ ਇਹਦੇ ਲਈ ਮੈਨੂੰ ਐਵੇਂ ਲੱਗਦਾ ਕਿ ਅਗਰ ਹੈਰੈਸਮੈਂਟ ਹੋ ਰਹੀ ਹੈ ਉਹ ਕਿਸੇ ਦੇ ਥਰੂ ਹੀ ਹੋ ਰਹੀ ਹੈ। ਆਫਟਰ ਆਲ ਉਹਨਾਂ ਨੂੰ ਅਗਰ ਮੈਂ ਇਹ ਸ਼ਿਕਸ਼ਾ ਦੇਣੀ ਬੇਸਿਕਲੀ ਜ਼ਰੂਰੀ ਸਮਝਦੀ ਹਾਂ ਕਿ ਤੁਸੀਂ ਹਮੇਸ਼ਾ ਔਰਤ ਦਾ ਕੋਈ ਵੀ ਰੂਪ ਹੈ, ਚਾਹੇ ਉਹ ਮਾਂ ਹੈ, ਭੈਣ ਹੈ, ਐਨੀਬਡੀ, ਡਾਟਰ ਵੀ ਹੈ, ਸਭ ਦੀ ਅਗਰ ਤੁਸੀਂ ਰਿਸਪੈਕਟ ਰਿਗਾਰਡ ਮੇਨਟੇਨ ਰੱਖੋਗੇ, ਪਹਿਲਾਂ ਐਜੂਕੇਸ਼ਨ ਉਹਨਾਂ ਨੂੰ ਘਰੋਂ ਦੇਣੀ ਆਪਣੇ ਬੇਟਿਆਂ ਨੂੰ ਜ਼ਰੂਰੀ ਹੈ। ਹੈਰੈਸਮੈਂਟ ਉਹਨਾਂ ਦੇ ਥਰੂ ਹੀ ਅਸੀਂ ਸੋਚ ਸਕਦੇ ਹਾਂ ਵੀ ਉਹਨਾਂ ਦੇ ਥਰੂ ਹੈਰੈਸਮੈਂਟ ਹੁੰਦੀ ਹੈ ਆਪਣੀ ਡਾਟਰਸ ਦੀ, ਆਪਣੀਆਂ ਸਿਸਟਰਸ ਦੀ। ਸੋ ਉਸ ਪੁਆਇੰਟ ਨੂੰ ਵੀ ਥੋੜ੍ਹਾ ਜਿਹਾ ਪਲੱਗ ਕਰਨ ਦੀ ਜ਼ਰੂਰਤ ਹੈ। ਮਹਿਲਾਵਾਂ ਸਾਡੀਆਂ ਜੀ ਬਹੁਤ ਆਨਰੇਬਲ ਹੈ ਔਰ ਬੱਚੀਆਂ ਤਾਂ ਪਿਆਰੀਆਂ ਸਾਰਿਆਂ ਨੂੰ, ਠੀਕ ਹੈ। ਮੈਸੇਜ ਮੇਰਾ ਪਹਿਲਾ ਸਮਾਜ ਲਈ ਹੈ। ਮੈਂ ਕਿਸੇ ਆਪਣੇ ਸਾਡੇ ਨੋਨ ਗਾਇਨੇਕੋਲੋਜਿਸਟ ਨੂੰ ਜਾਣਦੀ, ਠੀਕ, ਉਹਨਾਂ ਦੇ ਹੌਸਪੀਟਲ ਦੇ ਵਿੱਚ ਬੱਚਿਆਂ ਦੇ ਜਨਮ ਹੁੰਦੇ ਆ। ਮੇਰੀ ਉਹਨਾਂ ਨਾਲ ਗੱਲ ਹੋਈ, ਉਹਨਾਂ ਨੇ ਇੱਕ ਐਸੀ ਗੱਲ ਮੇਰੇ ਨਾਲ ਸ਼ੇਅਰ ਕੀਤੀ ਵਿਦਾਊਟ ਐਨੀ ਰੀਜ਼ਨ। ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਇਸ ਤਰ੍ਹਾਂ ਦਾ ਇਹਦੇ 'ਤੇ ਰਿਐਕਟ ਹੋਏਗਾ। ਉਹਨਾਂ ਨੇ ਕਿਹਾ ਕਿ ਮੈਡਮ ਮਿਸ਼ਰਾ, ਤੁਹਾਨੂੰ ਇੱਕ ਗੱਲ ਸੁਣ ਕੇ ਹੈਰਾਨੀ ਹੋਏਗੀ, ਹਾਲਾਂਕਿ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਪਤਾ ਕਿ ਤੁਸੀਂ ਮੇਰੇ ਤੋਂ ਇਸ ਤਰ੍ਹਾਂ ਦਾ ਕੁਐਸਚਨ ਪੁੱਛੋਗੇ। ਕਹਿੰਦੇ ਤੁਹਾਨੂੰ ਹੈਰਾਨੀ ਦੀ ਗੱਲ ਦੱਸਦੀ। ਮੈਂ ਕਿਹਾ ਦੱਸੋ ਜੀ। ਕਹਿੰਦੇ ਮੇਰੇ ਕਲੀਨਿਕ ਹੌਸਪੀਟਲ ਦੇ ਵਿੱਚ ਸਾਰੀਆਂ ਗਾਇਨੇਕੋਲੋਜਿਸਟ ਹੈ, ਵੂਮੈਨ ਨੇ ਆਉਣਾ। ਕਹਿੰਦੇ ਮੈਨੂੰ ਉੱਪਰ ਸਾਡਾ ਘਰ ਹੈ, ਨੀਚੇ ਜਦੋਂ ਬੱਚੀ ਦਾ ਜਨਮ ਹੁੰਦਾ ਉਸ ਦਿਨ ਮੇਰੇ ਹੌਸਪੀਟਲ ਦੇ ਵਿੱਚ ਸੁੰਨਸਾਨ ਹੋ ਜਾਂਦਾ, ਔਰ ਜਿਸ ਦਿਨ ਬੇਟੇ ਦਾ ਜਨਮ ਹੁੰਦਾ ਕਿਸੇ ਦੇ ਘਰ ਉਸੇ ਹੌਸਪੀਟਲ ਦੇ ਵਿੱਚ, ਤਾਂ ਉੱਥੇ ਈਵਨ ਬਾਜੇ ਵੀ ਵਜਾਉਣ ਆ ਜਾਂਦੇ ਆ। ਦਿਸ ਇਜ਼ ਅ ਵੈਰੀ ਵੈਰੀ ਸ਼ੌਕਿੰਗ ਥਿੰਗ ਰਾਈਟ ਨਾਓ। ਅੱਜ ਦੇ ਸਮੇਂ 'ਚ, ਅੱਜ ਦੇ ਟਾਈਮ 'ਚ ਗੱਲ ਕੀਤੀ ਉਹਨਾਂ ਨੇ। ਸੋ ਇਹ ਸਮਾਜ ਹੈ ਆਪਣਾ, ਇਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਬੇਟਾ ਹੁੰਦਾ ਨਾ, ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਆਉਂਦੇ ਆ ਹੁਮ ਹੁਮਾ ਕੇ,
ਜਿਹਦੇ 'ਚ ਲੇਡੀਜ਼ ਜ਼ਿਆਦਾ ਹੁੰਦੀਆਂ। ਸਾਡੇ ਦਾਦੀ ਮਾਂ ਹੁੰਦੇ ਆ, ਸਾਡੀ ਨਾਨੀ ਮਾਂ ਹੁੰਦੇ ਆ। ਬੱਚੀ ਹੋ ਜਾਏ ਤਾਂ ਉਸ ਹਸਪੀਟਲ ਦੇ ਵਿੱਚ ਖਾਲੀ ਮਦਰ ਤੋਂ ਬਿਨਾਂ ਉਸ ਟਾਈਮ ਉਹਨਾਂ ਦਾ ਪਤਾ ਨਹੀਂ ਕੀ ਰਿਐਕਸ਼ਨ। ਆਈ ਡੂ ਨਾਟ ਨੋ, ਬਟ ਦਿਸ ਇਜ਼ ਸ਼ੌਕਿੰਗ ਰੀਸੈਂਟਲੀ। ਸੋ ਇਹ ਸਮਾਜ ਲਈ ਹੈ ਵੀ ਬੱਚਾ ਬੱਚੀ ਕੁਦਰਤ ਦੀ ਦੇਣ ਹੈ, ਪਰਮਾਤਮਾ ਦੀ ਦੇਣ ਹੈ, ਉਹਨਾਂ ਨੂੰ ਇੱਕ ਨਜ਼ਰ ਨਾਲ ਦੇਖੋ। ਉਹਦੇ ਜਨਮ ਤੇ ਸ਼ੋਕ ਨਾ ਮਨਾਓ। ਦਿਸ ਇਜ਼ ਸ਼ੋਕ ਕਿ ਤੁਸੀਂ ਸਾਰੇ ਸੁਨਸਾਨ ਕ੍ਰੀਏਟ ਕਰਤਾ। ਉੱਪਰ ਬੈਠੇ ਬੰਦਿਆਂ ਨੂੰ ਪਤਾ ਲੱਗ ਗਿਆ ਕਿ ਅੱਜ ਬਈ ਜਿਹੜੀ ਡਿਲੀਵਰੀ ਹੋਣੀ ਸੀ ਉਹ ਲੜਕੇ ਦੀ ਹੋਈ ਹੈ ਤਾਂ ਇਹ ਹਾਲਾਤ ਹੈ, ਜੇ ਲੜਕੀ ਦੀ ਹੋਈ ਹੈ ਤਾਂ ਸੁਨਸਾਨ ਹੋ ਗਿਆ। ਸੋ ਇਸ ਕਰਕੇ ਬੱਚਿਆਂ ਦੇ ਲਈ, ਜੇ ਤੁਸੀਂ ਪੁੱਛਦੇ ਹੋ ਬੱਚਿਆਂ ਦੇ ਲਈ, ਮੇਰੇ ਆਪਣੇ ਲਾਈਫ ਦਾ ਇੰਨਾ ਐਕਸਪੀਰੀਅੰਸ ਹੋ ਚੁੱਕਾ, ਉਹਦੇ ਵਿੱਚ ਮੈਂ ਇਹੀ ਫੀਲ ਕਰਦੀ ਹਾਂ ਅਸੀਂ ਵੀ ਕਿਹੜੇ ਹਾਲਾਤ 'ਚੋਂ ਨਿਕਲੇ ਹੋਏ ਹਾਂ। ਨੋ ਪ੍ਰੋਬਲਮ। ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਕੁਆਲੀਫਿਕੇਸ਼ਨ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਹ ਆਪਣੇ ਆਪ ਨੂੰ ਜਿੰਨਾ ਕੁਆਲੀਫਾਈਡ ਕਰ ਲੈਣ ਓਨਾ ਘੱਟ ਹੈ। ਜਿਸ ਫੀਲਡ 'ਚ ਵੀ ਉਹਨਾਂ ਨੇ ਜਾਣਾ, ਉਹਨਾਂ ਨੂੰ ਆਪਣੀ ਬਿਲਕੁਲ ਇਸ ਧਿਆਨ ਨਾਲ ਜਾਣ ਕਿ ਅਸੀਂ ਮੈਰਿਟ 'ਤੇ ਜਾਣਾ। ਕੁਆਲੀਫਾਈਡ ਹੋਣਗੀਆਂ ਤਾਂ ਸੈਲਫ ਰਿਸਪੈਕਟ ਉਹਨਾਂ ਦੀ ਮੇਨਟੇਨ ਖੁਦ ਹੀ ਹੋ ਜਾਏਗੀ। ਜਦੋਂ ਮੈਰੀਟੋਰੀਅਸ ਹੋ ਕੇ ਜਾਣਗੀਆਂ ਤਾਂ ਉਹ ਬੋਲਡਨੈਸ ਉਹਨਾਂ ਦੇ ਅੰਦਰ ਆਪਣੇ ਆਪ ਆ ਜਾਏਗੀ। ਜਿਸ ਸੀਟ ਦਾ ਵੀ ਕੰਮ ਮਿਲਿਆ ਹੋਇਆ ਉਸ ਸੀਟ ਦੇ ਕੰਮ ਨੂੰ ਇਮਾਨਦਾਰੀ ਔਰ ਮਿਹਨਤ ਦੇ ਨਾਲ ਕਰੀ ਜਾਣ। ਉਸ ਤੋਂ ਅਗਲੇ ਰਸਤੇ ਖੁਦ ਆਪਣੇ ਆਪ ਕ੍ਰੀਏਟ ਹੁੰਦੇ ਜਾਣਗੇ। ਜੇ ਉਹਨਾਂ ਰਸਤਿਆਂ ਦੇ ਵਿੱਚ ਕੋਈ ਰੁਕਾਵਟਾਂ ਵੀ ਆਉਂਦੀਆਂ ਸਟਰਗਲ, ਲਾਈਫ ਇਜ਼ ਸਟਰਗਲ, ਕੋਈ ਨਾ ਕੋਈ ਆ ਹੀ ਜਾਏਗੀ। ਉਸ ਟਾਈਮ ਅਗਰ ਤੁਹਾਨੂੰ ਫੀਲ ਹੋ ਰਿਹਾ ਕਿ ਤੁਸੀਂ ਸਹੀ ਰਸਤੇ 'ਤੇ ਔਰ ਤੁਸੀਂ ਸਹੀ ਆਪਣੀ ਡਿਮਾਂਡ ਰੱਖ ਰਹੇ ਹੋ, ਫਿਰ ਉਸ ਨੂੰ ਪੋਜ਼ਿਟਿਵ ਸੈਂਸ 'ਚ ਲੈ ਕੇ ਫਾਈਟ ਕਰੋ। ਸੈਲਫ ਰਿਸਪੈਕਟ, ਬੋਲਡਨੈਸ ਉਹ ਤੁਹਾਡੇ ਅੰਦਰ ਆਪਣੇ ਆਪ ਆਈ ਹੋਈ ਹੈ ਅਤੇ ਆਪਣੀ ਫਾਈਟ ਨੂੰ ਸੱਚਾਈ ਦੇ ਆਧਾਰ 'ਤੇ ਲੜੋ। ਕਦੀ ਨਾ ਕਦੀ ਜ਼ਰੂਰ ਪੋਜ਼ੀਟਿਵਿਟੀ ਨਾਲ ਜਿੱਤ ਵੀ ਜਾਓਗੇ ਐਂਡ ਵਿੱਚ। ਔਰ ਉਹਦੇ ਲਈ ਆਪਣੀ ਪੇਸ਼ੈਂਸ ਲੂਜ਼ ਨਾ ਕਰੋ ਕਦੇ ਵੀ। ਪੇਸ਼ੈਂਸ ਨਾਲ ਚੱਲਦੇ ਰਹੋ, ਆਪਣੇ ਆਪ ਮਿਲ ਜਾਏਗਾ। ਔਰ ਸਭ ਤੋਂ ਮੇਜਰ ਗੱਲ ਹੈ ਆਪਣੀਆਂ ਮੋਰਲ ਜਿਹੜੀਆਂ ਡਿਊਟੀਜ਼ ਹੈ ਜਾਂ ਮੋਰਲ ਐਥਿਕਸ ਹੈ ਉਹਨਾਂ ਨੂੰ ਕਦੀ ਨਾ ਭੁੱਲੋ। ਸਮਾਜ ਵਿੱਚ ਉਸੇ ਲੜਕੀ ਦੀ ਜਾਂ ਉਹਦੀ ਇੱਜ਼ਤ ਹੈ ਜਿਹਦੇ ਕੋਲ ਸਾਰੇ ਐਥਿਕਸ ਮੇਨਟੇਨਡ ਹੈ। ਬਹੁਤ ਬਹੁਤ ਸ਼ੁਕਰੀਆ ਮੈਮ। ਤੇ ਇੰਟਰਵਿਊ ਦਾ ਵੀ ਇਹੀ ਮਕਸਦ ਸੀ। ਤਾਂ ਸ਼ਸ਼ੀ ਲਖਨਪਾਲ ਮਿਸ਼ਰਾ ਜੀ ਆਪਣੇ ਆਪ ਦੇ ਵਿੱਚ ਇੱਕ ਸ਼ਖਸੀਅਤ ਹਨ ਤੇ ਇਹ ਇੰਟਰਵਿਊ ਵੀ ਸਮਾਜ ਦੇ ਉਹਨਾਂ ਲੋਕਾਂ ਦੇ ਲਈ ਹੈ ਜੋ ਜਿਵੇਂ ਕਿ ਮੈਮ ਨੇ ਦੱਸਿਆ ਕਿ ਜਦੋਂ ਲੜਕੀ ਹੁੰਦੀ ਹੈ ਤਾਂ ਹਸਪਤਾਲ ਦੇ ਵਿੱਚ ਸन्नाटा ਛਾ ਜਾਂਦਾ ਹੈ ਤੇ ਜਦੋਂ ਲੜਕਾ ਹੁੰਦਾ ਤਾਂ ਘਰ ਦੇ ਬੈਂਡ ਬਾਜਾ ਲੈ ਕੇ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ। ਤਾਂ 21ਵੀਂ ਸਦੀ ਦੇ ਵਿੱਚ ਜੇਕਰ ਸਮਾਜ ਦੇ ਵਿੱਚ ਅੱਜ ਵੀ ਲੋਕਾਂ ਦੀ ਮਾਨਸਿਕ ਸਥਿਤੀ ਜਾਂ ਅਜਿਹਾ ਚਲਣ ਚੱਲ ਰਿਹਾ ਤਾਂ ਇਸ ਨੂੰ